कि असी सिक्ख्या ते सेहत दे उत्ते बहुत जोर देवांगे ते मेरी बहुत खुशकिस्मती है कि सिक्ख्या वर्गा पवित्र महकमा ਜਿਹੜਾ ਹੈ ਉਹ ਉਹਦੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ। ਤਾਂ ਸਿੱਖਿਆ ਮਹਿਕਮੇ ਦੇ ਵਿੱਚ ਅਕਸਰ ਜਦੋਂ ਅਸੀਂ ਗੱਲ ਕਰਦੇ ਤਾਂ ਤਰਨਤਾਰਨ ਸਭ ਤੋਂ ਪਿਛੜਿਆ ਜ਼ਿਲ੍ਹਾ ਹੈ। ਇੱਥੇ ਟੀਚਰ ਵੀ ਬਹੁਤ ਘਾਟ ਹੈ, ਟੀਚਰਸ ਦੀ ਬਹੁਤ ਘਾਟ ਹੈ ਤੇ ਜਿਹੜੇ ਟੀਚਰਸ ਆਉਂਦੇ ਉਹ ਬਦਲੀਆਂ ਕਰਾ ਕੇ ਵੀ ਮੇਰੇ ਤੋਂ ਬਤੌਰ ਸਿੱਖਿਆ ਮੰਤਰੀ ਸਭ ਤੋਂ ਵੱਡੀ ਰਿਕੁਐਸਟ ਹੀ ਆਉਂਦੀ ਹੈ ਕਿ ਸਾਡੀ ਬਦਲੀ ਤਰਨਤਾਰਨ ਤੋਂ ਕਰ ਦਿੱਤੀ ਜਾਵੇ। ਤਾਂ ਇਹ ਬਹੁਤ ਪਿਛੜਿਆ ਤੇ ਹੁਣ ਇਸ ਗੱਲ ਦੀ ਖੁਸ਼ੀ ਹੈ ਤੁਹਾਨੂੰ ਵੀ ਬੱਚੀਆਂ ਦਿਖਾਈਆਂ ਤੇ ਇਸ ਇਲਾਕੇ ਦੇ ਵਿੱਚ ਮੇਰਾ ਤੀਜਾ ਚੌਥਾ ਗੇੜਾ ਹੈ। ਆਉਣ ਵਾਲੇ ਸਮਾਂ ਦੇ ਵਿੱਚ ਉਹਨਾਂ ਰੂਲਸ ਨੂੰ ਹੋਰ ਵੀ ਸਖਤ ਕਰਾਂਗੇ। 30 ਅਪ੍ਰੈਲ ਤੱਕ ਹਰ ਪ੍ਰਾਈਵੇਟ ਸਕੂਲ ਨੂੰ ਇੱਕ ਪਰਫਾਰਮਾ ਭਰ ਕੇ ਦੇਣਾ ਹੁੰਦਾ ਜੋ ਅੱਜ ਤੱਕ ਕਦੀ ਭਰ ਕੇ ਨਹੀਂ ਦਿੱਤਾ ਕਿ ਪਿਛਲੇ ਸਾਲ ਉਹਨਾਂ ਦੀ ਕਿੰਨੀ ਫੀਸ ਸੀ, ਇਸ ਸਾਲ ਉਹਨੇ ਕਿੰਨੀ ਵਧਾਈ ਹੈ, ਜੇ ਵਧਾਈ ਹੈ ਤਾਂ ਉਹਨੇ ਕੀ ਐਡ ਕੀਤਾ, ਕਿੰਨੇ ਕਲਾਸਰੂਮ, ਕਿੰਨੇ ਨਵੇਂ ਟੀਚਰ ਭਰਤੀ ਕੀਤੇ, ਕਿਉਂ ਵਧਾਣੀ ਪਈ, ਉਹ ਪਰਫਾਰਮਾ 30 ਅਪ੍ਰੈਲ ਤੱਕ ਮੈਂਡੇਟਰੀ ਹੈ। ਜਿਨ੍ਹਾਂ ਦੇ ਵਿੱਚ ਇਨਐਡੁਕੇਸੀ ਪਾਈ ਗਈ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਵਾਂਗੇ। ਮੈਂ ਦਾਅਵਾ ਕੀਤਾ ਸੀ ਤੇ ਤੁਹਾਨੂੰ ਕਰਕੇ ਵੀ ਦਿਖਾਵਾਂਗੇ। ਜੇ ਅਗਰ ਕੋਈ ਪ੍ਰਾਈਵੇਟ ਸਕੂਲ ਵਿਦਆਊਟ ਨੋਰਮਸ ਉਹਨੇ ਰੂਲ ਤੋੜਿਆ ਤਾਂ ਉਹਨਾਂ ਨੂੰ ਆਪਣੀਆਂ ਫੀਸਾਂ ਮਾਂ-ਬਾਪ ਨੂੰ ਮੋੜਨੀਆਂ। ਸਰ ਸਿੱਖਿਆ ਅਗਰ ਸਾਨੂੰ ਸਪੈਸ਼ਲ ਬੱਸਾਂ ਮਿਲ ਜਾਣ ਜਿਵੇਂ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਬੱਸਾਂ ਦਿੰਦੀ ਹੈ, ਕਿਉਂਕਿ ਹੁਣ ਉਹ ਟਰੈਕਸਾਂ ਤੇ ਆਉਂਦੇ ਆ ਤੇ ਬੜਾ ਇਹ ਹੈ ਜੇਕਰ ਅਸੀਂ ਇਹ ਪਾਲਿਸੀ ਦੇ ਉੱਤੇ ਸਾਡਾ ਟਰਾਂਸਪੋਰਟ ਮਹਿਕਮੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਅਗਰ ਸਾਨੂੰ 3-4 ਬੱਸਾਂ ਦੇ ਦੇਣ ਤਾਂ ਉਹ ਬਿਕੋਜ਼ ਉਹ ਪੈਸੇ ਤਾਂ ਹੁਣ ਵੀ ਖਰਚਦੇ ਨੇ, ਉਹ ਪੈਸੇ ਦੇ ਦੇਣਗੇ ਤੇ ਉਹ ਸੇਫਲੀ 3-4 ਬੱਸਾਂ ਦੇ ਉੱਤੇ ਇੱਥੇ ਆ ਸਕਦੇ ਨੇ। ਜਦੋਂ ਵੀ ਸਾਡੇ ਮੰਤਰੀ ਸਾਹਿਬ ਕਹਿਣਗੇ ਬੱਸਾਂ ਦਵਾਂਗੇ, ਇਹ ਜ਼ਰੂਰਤ ਵੀ ਆ ਕਿਉਂਕਿ ਆਪਾਂ ਵੇਖਿਆ ਜਿਹੜੀ ਗੱਲ ਤੁਹਾਂ ਪਹਿਲਾਂ ਕੀਤੀ ਕਿ ਇੱਥੇ ਟੀਚਰ ਘੱਟ ਨੇ ਤੇ ਦੂਜੀ ਜਿਹੜੀ ਹਾਸੇ ਵਾਲੀ ਗੱਲ ਕੀਤੀ ਉਹ ਵੀ ਸੇਫਟੀ ਵੀ ਜ਼ਰੂਰੀ ਹੈ ਟੀਚਰਾਂ ਦੀ। ਸਿੱਖਿਆ ਮਹਿਕਮੇ ਦੇ ਟੀਚਰਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਜਦੋਂ ਉਹਨਾਂ ਨੇ ਨਵੀਂ ਭਰਤੀ ਹੋਣੀ ਹੈ 3 ਸਾਲ ਇੱਕ ਸਟੇਸ਼ਨ ਤੇ ਕੰਮ ਕਰਨਾ ਤੇ ਉਹਨਾਂ ਟੀਚਰਾਂ ਨੂੰ ਇੱਥੇ ਇਲਾਕੇ 'ਚ ਰਹਿ ਕੇ ਕੋਈ ਨਾ ਕੋਈ ਘਰ ਜਾਂ ਮਕਾਨ ਕਿਰਾਏ ਤੇ ਲੈ ਕੇ ਰਹਿਣਾ ਚਾਹੀਦਾ। ਰੋਜ਼ ਅਪ ਡਾਊਨ ਕਰਨਾ ਥੋੜਾ ਔਖਾ। ਕੀ ਬਦਲਾਵ ਹੈ ਜੀ? ਇਹੀ ਮੇਰੇ ਲੀਡਰ ਸਾਹਿਬਾਨਾਂ ਨੇ ਅਰਵਿੰਦ ਕੇਜਰੀਵਾਲ ਜੀ ਨੇ ਤੇ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਨਾਲ ਕਿ ਅਸੀਂ ਸਿੱਖਿਆ ਤੇ ਸਿਹਤ ਦੇ ਉੱਤੇ ਬਹੁਤ ਜ਼ੋਰ ਦੇਵਾਂਗੇ ਤੇ ਮੇਰੀ ਬਹੁਤ ਖੁਸ਼ਕਿਸਮਤੀ ਹੈ ਕਿ ਸਿੱਖਿਆ ਵਰਗਾ ਪਵਿੱਤਰ ਮਹਿਕਮਾ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਤੇ ਸਾਡੀ ਸਰਕਾਰ ਨੇ ਪਿਛਲੇ 1 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਬਹੁਤ ਮਿਹਨਤ ਕੀਤੀ ਹੈ। ਅਗਰ ਮੈਂ ਅੱਜ ਤੁਹਾਨੂੰ ਇਹ ਕਹਿ ਦਵਾਂ ਅਸੀਂ ਸਾਰਾ ਕੁਝ ਠੀਕ ਕਰਤਾ 20,000 ਸਕੂਲ ਹੈ ਤਾਂ ਨਹੀਂ, ਪਰ ਹਾਂ ਅਸੀਂ 1 ਸਾਲ ਦੇ ਵਿੱਚ ਬਹੁਤ ਕੁਝ ਚੰਗੇ ਕੰਮ ਕੀਤੇ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਉਹ ਦਿਨ ਆ ਜਾਊਗਾ ਜਦੋਂ ਮੈਂ ਕਹਿ ਦੂੰਗਾ ਸਾਰੇ ਸਕੂਲ ਠੀਕ ਹੋ ਗਏ। 3000 ਕਲਾਸਰੂਮ ਇਸ ਵਕਤ ਉਸਾਰੀ ਅਧੀਨ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ 'ਚ। ਅੱਜ ਜੇ ਮੈਂ ਖੇਮਕਰਨ ਦੇ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਹੁਣ ਪੱਟੀ ਦੇ ਇਸ ਸਕੂਲ 'ਚ ਆਇਆ, ਕੈਰੋਂ ਦੇ ਸਕੂਲ 'ਚ ਆਇਆ ਤਾਂ ਮੇਰਾ ਇਹ ਦੌਰਾ ਕਿਸੇ ਨੂੰ ਪਤਾ ਨਹੀਂ ਸੀ, ਸਿਰਫ ਤੁਹਾਨੂੰ ਇੱਥੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਇਹ ਚੀਜ਼ਾਂ ਜਿਹੜੀਆਂ ਹੈ ਸਿੱਖਿਆ ਮਹਿਕਮੇ ਜੋ ਉਪਰਾਲੇ ਕਰ ਰਿਹਾ ਉਹ ਪੰਜਾਬੀਆਂ ਤੱਕ ਜਾਣ, ਕਿਉਂਕਿ ਸਾਡੀ ਦਾਖਲਾ ਮੁਹਿੰਮ ਵੀ ਚੱਲ ਰਹੀ ਹੈ। ਤਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜੇ ਹੈ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲਾਂ 'ਚ ਭੇਜਣ। ਤਾਂ ਮੈਂ ਖੇਮਕਰਨ ਦੇ ਉਹਨਾਂ ਸਕੂਲਾਂ 'ਚ ਗਿਆ ਜਿੱਥੇ ਅੱਜ ਤੱਕ ਕਦੀ ਕੋਈ ਨਹੀਂ ਗਿਆ। ਕਲਸ ਪਿੰਡ ਹੈ ਜੋ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੈ, ਉਸ ਪਿੰਡ ਦੇ ਵਿੱਚ ਜਾ ਕੇ ਉੱਥੇ ਦੇ ਜੇ ਤੁਸੀਂ ਪੁਰਾਣਾ ਬਾਥਰੂਮ ਦੇਖੋ, ਪੁਰਾਣੇ ਕਲਾਸਰੂਮ ਦੇਖੋ, ਬਹੁਤ ਖਸਤਾ ਹਾਲਤ ਸੀ। 2 ਮਹੀਨੇ ਪਹਿਲਾਂ ਉਹਦੀ ਗ੍ਰਾਂਟ ਜਾਰੀ ਕੀਤੀ ਸੀ, ਉਹ ਕਮਰੇ ਉਸਾਰੀ ਅਧੀਨ ਹੈ। 3 ਮਹੀਨੇ ਦੇ ਵਿੱਚ ਉਹ ਸਕੂਲ ਐਨ ਸ਼ਾਨਦਾਰ ਬਣ ਕੇ ਤਿਆਰ ਹੋ ਜਾਊਗਾ। ਉਦੋਂ ਮੈਂ ਫੇਰ ਆਊਂਗਾ, ਤੁਹਾਨੂੰ ਵੀ ਦਿਖਾਵਾਂਗੇ। ਉਸ ਪਿੰਡ ਦੇ ਵਿੱਚ 33 ਬੱਚੇ ਜਿਹੜੇ ਸਕੂਲ 'ਚ ਪੜ੍ਹਦੇ ਆ। ਸਾਡਾ ਟਾਰਗੇਟ ਹੈ ਜਿੰਨੇ ਉਹ ਸਕੂਲ ਤਿਆਰ ਹੋ ਜਾਊਗਾ ਤਾਂ ਉਮੀਦ ਹੈ ਕਿ ਉੱਥੇ ਇੱਕ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹੂਗਾ। ਕਿਉਂਕਿ ਤਰਨਤਾਰਨ ਦੀ ਜੇ ਮੈਂ ਗੱਲ ਕਰਾਂ ਇਸ ਇਲਾਕੇ ਦੀ ਤਾਂ ਸਿੱਖਿਆ ਮਹਿਕਮੇ ਦੇ ਵਿੱਚ ਅਕਸਰ ਜਦੋਂ ਅਸੀਂ ਗੱਲ ਕਰਦੇ ਤਾਂ ਤਰਨਤਾਰਨ ਸਭ ਤੋਂ ਪਿਛੜਿਆ ਜ਼ਿਲ੍ਹਾ ਹੈ। ਇੱਥੇ ਟੀਚਰ ਵੀ ਬਹੁਤ ਘਾਟ ਹੈ, ਟੀਚਰਸ ਦੀ ਬਹੁਤ ਘਾਟ ਹੈ ਤੇ ਜਿਹੜੇ ਟੀਚਰਸ ਆਉਂਦੇ ਉਹ ਬਦਲੀਆਂ ਕਰਾ ਕੇ ਵੀ ਮੇਰੇ ਤੋਂ ਬਤੌਰ ਸਿੱਖਿਆ ਮੰਤਰੀ ਸਭ ਤੋਂ ਵੱਡੀ ਰਿਕੁਐਸਟ ਹੀ ਆਉਂਦੀ ਹੈ ਕਿ ਸਾਡੀ ਬਦਲੀ ਤਰਨਤਾਰਨ ਤੋਂ ਕਰ ਦਿੱਤੀ ਜਾਵੇ। ਤਾਂ ਇਹ ਬਹੁਤ ਪਿਛੜਿਆ ਤੇ ਹੁਣ ਇਸ ਗੱਲ ਦੀ ਖੁਸ਼ੀ ਹੈ ਤੁਹਾਨੂੰ ਵੀ ਬੱਚੀਆਂ ਦਿਖਾਈਆਂ ਤੇ ਇਸ ਇਲਾਕੇ ਦੇ ਵਿੱਚ ਮੇਰਾ ਤੀਜਾ ਚੌਥਾ ਗੇੜਾ ਹੈ। ਮੰਨਦਾ ਤਾਂ ਹੁਣ ਜਿਹੜੀ ਬੱਚੀਆਂ ਨੇ ਉਹਨੂੰ ਮੈਂ ਪੁੱਛਦਾ ਕੀ ਬਣੂਗੇ, ਉਹ ਸਾਰੀਆਂ ਟੀਚਰ ਬਣਨਾ ਚਾਹੁੰਦੀਆਂ। ਤਾਂ ਮੈਨੂੰ ਉਮੀਦ ਅਗਲੇ 3-4 ਸਾਲ 'ਚ ਇਹ ਵਿੱਦਿਆ ਦੀ ਤਾਕਤ ਹੈ। ਆਪਾਂ ਅਕਸਰ ਕਹਿੰਦੇ ਹਾਂ ਕਿ ਬੈਕਵਰਡ ਏਰੀਆ ਖੇਮਕਰਨ ਦਾ ਏਰੀਆ ਪਿਛੜਿਆ ਇਲਾਕਾ ਹੈ, ਪਰ ਜਿਸ ਵਿੱਦਿਆ ਇਸ ਇਲਾਕੇ ਦੀ ਹਰ ਮੁਸੀਬਤ ਨੂੰ ਦੂਰ ਕਰ ਸਕਦੀ ਹੈ, ਮੈਨੂੰ ਉਮੀਦ ਅਗਲੇ 3-4 ਸਾਲਾਂ 'ਚ ਇੱਥੋਂ ਹੀ ਨੇ ਟੀਚਰ ਬਣ ਜਾਣਗੇ ਕਿ ਤਰਨਤਾਰਨ ਦੇ ਟੀਚਰ ਜਾ ਕੇ ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਠਿੰਡਾ ਪੜ੍ਹਾਇਆ ਕਰਨ। ਨਵੇਂ ਆંકੜੇ ਤੁਸੀਂ ਜਾ ਕੇ ਹੁਣ ਚੈੱਕ ਕਰ ਲਿਓ ਜੀ। ਪਿਛਲੇ ਸਮੇਂ ਦੇ ਵਿੱਚ ਸਿਰਫ ਖੇਮਕਰਨ ਦੇ ਵਿੱਚ 110 ਟੀਚਰ ਮੈਂ ਭੇਜੇ ਆ। ਤਰਨਤਾਰਨ ਦੇ ਵਿੱਚ ਤੁਸੀਂ ਚੈੱਕ ਕਰ ਲਓ, ਹੋਰ ਵੀ 31 ਜੁਲਾਈ ਤੱਕ ਹੋਰ ਟੀਚਰ ਆ ਰਹੇ ਹੈ। ਅਸੀਂ ਤਰਨਤਾਰਨ ਨੂੰ ਅਗਲੇ 3-4 ਮਹੀਨਿਆਂ ਦੇ ਵਿੱਚ 100% ਟੀਚਰ 100% ਟੀਚਰ ਅਸੀਂ ਦੇਵਾਂਗੇ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਤੇ ਇਸ ਬਾਰਡਰ ਦੇ ਜਿੰਨੇ ਵੀ ਬਾਰਡਰ ਦੇ ਇਲਾਕੇ ਆ, ਮੈਂ ਕੁਝ ਦਿਨਾਂ ਪਹਿਲਾਂ ਪਿਛਲੇ ਹਫਤੇ ਫਿਰੋਜ਼ਪੁਰ, ਫਾਜ਼ਿਲਕਾ ਵੀ ਜਾ ਕੇ ਆਇਆ। ਫਿਰੋਜ਼ਪੁਰ ਦੇ ਜਿੰਨੇ ਵੀ ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ ਦੇ, ਅੰਮ੍ਰਿਤਸਰ ਦੇ, ਅਜਨਾਲੇ ਦੇ ਜਿਹੜੇ ਬਾਰਡਰ ਦੇ ਸਕੂਲ ਹੈ ਇਹਨਾਂ ਨੂੰ ਸਪੈਸ਼ਲ ਤਰਜੀਹ ਦੇ ਕੇ ਸਿਰਫ ਕਲਾਸਰੂਮਾਂ ਦੇ, ਸਿਰਫ ਇਨਫਰਾਸਟ੍ਰਕਚਰ ਨਹੀਂ, ਨਵੀਂ ਇਮਾਰਤਾਂ ਵੀ ਬਣਾਵਾਂਗੇ, ਪੜ੍ਹਾਈ ਤੇ ਵੀ ਜ਼ੋਰ ਦੇਵਾਂਗੇ। ਇੱਕ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਹੀਂ ਰਹੂਗਾ।
ਉਹਨਾਂ ਦੇ ਰਿਜ਼ਲਟ ਵੀ ਚੈੱਕ ਕਰਾਂਗੇ ਤੇ 100% ਟੀਚਰ ਵੀ। ਸਰ ਜਿਹੜੇ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਮਚਾਈ ਜਾ ਰਹੀ ਹੈ ਕਿਤਾਬਾਂ ਦੇ ਵਿੱਚ, ਯੂਨੀਫਾਰਮਾਂ ਦੇ ਵਿੱਚ ਦੁਕਾਨਾਂ ਖੋਲ੍ਹੀਆਂ। ਮੈਂ ਆਲਰੇਡੀ ਜੀ ਤੁਹਾਨੂੰ ਇੱਕ ਬੇਨਤੀ ਇਹਦੇ ਤੇ ਸਾਡੇ ਵੱਲੋਂ, ਮੇਰੇ ਵੱਲੋਂ ਇੱਕ ਈਮੇਲ ਆਈਡੀ ਵੀ ਦਿੱਤੀ ਜਾ ਚੁੱਕੀ ਸੀ। ਤਕਰੀਬਨ 100 ਤੋਂ ਵੱਧ ਸਕੂਲਾਂ ਨੂੰ ਜਿਹੜਾ ਨੋਟਿਸ ਜਾਰੀ ਹੋ ਚੁੱਕਿਆ। ਮੌਜੂਦਾ ਜੋ ਕਾਨੂੰਨ ਹੈ, ਮੌਜੂਦਾ ਜੋ ਰੂਲਸ ਹੈ, ਜਿੰਨਾ ਅਸੀਂ ਉਹਨਾਂ ਤੇ ਕਰ ਸਕਦੇ ਹਾਂ ਕਾਰਵਾਈ ਕਰ ਰਹੇ ਹਾਂ। ਆਉਣ ਵਾਲੇ ਸਮਾਂ ਦੇ ਵਿੱਚ ਉਹਨਾਂ ਰੂਲਸ ਨੂੰ ਹੋਰ ਵੀ ਸਖਤ ਕਰਾਂਗੇ। 30 ਅਪ੍ਰੈਲ ਤੱਕ ਹਰ ਪ੍ਰਾਈਵੇਟ ਸਕੂਲ ਨੂੰ ਇੱਕ ਪਰਫਾਰਮਾ ਭਰ ਕੇ ਦੇਣਾ ਹੁੰਦਾ, ਜੋ ਅੱਜ ਤੱਕ ਕਦੀ ਭਰ ਕੇ ਨਹੀਂ ਦਿੱਤਾ, ਕਿ ਪਿਛਲੇ ਸਾਲ ਉਹਨਾਂ ਦੀ ਕਿੰਨੀ ਫੀਸ ਸੀ, ਇਸ ਸਾਲ ਉਹਨੇ ਕਿੰਨੀ ਵਧਾਈ ਹੈ, ਜੇ ਵਧਾਈ ਹੈ ਤਾਂ ਉਹਨੇ ਕੀ ਐਡ ਕੀਤਾ, ਕਿੰਨੇ ਕਲਾਸਰੂਮ, ਕਿੰਨੇ ਨਵੇਂ ਟੀਚਰ ਭਰਤੀ ਕੀਤੇ ਹੈ, ਕਿਉਂ ਵਧਾਣੀ ਪਈ, ਉਹ ਪਰਫਾਰਮਾ 30 ਅਪ੍ਰੈਲ ਤੱਕ ਮੈਂਡੇਟਰੀ ਹੈ। ਅੱਜ ਤੱਕ ਕਦੀ ਕਿਸੇ ਪ੍ਰਾਈਵੇਟ ਸਕੂਲ ਨੇ ਭਰ ਕੇ ਨਹੀਂ ਦਿੱਤਾ। ਸਰ ਸਿੱਖਿਆ ਪ੍ਰੋਵਾਈਡਰ ਕਰ ਰਹੇ ਹੋ, ਇਸ ਵਾਰੀ ਉਹ ਭਰਵਾ ਕੇ ਦੇਵਾਂਗੇ ਤੇ ਜਿਨ੍ਹਾਂ ਦੇ ਵਿੱਚ ਇਨਐਡੁਕੇਸੀ ਪਾਈ ਗਈ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਵਾਂਗੇ। ਮੈਂ ਦਾਅਵਾ ਕੀਤਾ ਸੀ ਤੇ ਕੰਮ ਕਰਕੇ ਵੀ ਦਿਖਾਵਾਂਗੇ। ਜੇ ਅਗਰ ਕੋਈ ਪ੍ਰਾਈਵੇਟ ਸਕੂਲ ਵਿਦਆਊਟ ਨੋਰਮਸ ਉਹਨੇ ਰੂਲ ਤੋੜਿਆ ਤਾਂ ਉਹਨਾਂ ਨੂੰ ਆਪਣੀਆਂ ਫੀਸਾਂ ਮਾਂ-ਬਾਪ ਨੂੰ ਮੋੜਨੀਆਂ ਸਰ ਸਿੱਖਿਆ ਪ੍ਰੋਵਾਈਡਰ ਕਦੋਂ ਜਾਰੀ ਕਰ? ਬਹੁਤ ਜਲਦੀ, ਬਹੁਤ ਜਲਦੀ ਸਰ। ਆਸ ਬੜੀ ਹੈ ਤੁਹਾਡੇ ਦੋਨਾਂ ਨੂੰ। ਬਹੁਤ ਜਲਦੀ ਸਰ ਅਸੀਂ ਖੜੇ ਆ ਜੀ ਸਿੱਖਿਆ ਪ੍ਰੋਵਾਈਡਰ ਸਰ। ਬਹੁਤ ਬਹੁਤ ਧੰਨਵਾਦ ਸਰ। ਮੇਰੀ ਬੇਨਤੀ ਸੁਣੋ ਜੀ, ਅਸਲੀ ਧੰਨਵਾਦ ਉਦੋਂ ਹੋਊਗਾ ਇਹ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਤੀਜੇ ਦਿਨ ਇਸ ਦੇ ਉੱਤੇ ਆਪ ਮੋਨੀਟਰ ਕਰ ਰਹੇ ਨੇ। ਬਹੁਤ ਜਲਦੀ, ਕਿਉਂਕਿ ਸਾਡੇ ਤੁਹਾਨੂੰ ਪਤਾ ਹੈ ਪਿਛਲੇ 5 ਸਤੰਬਰ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੈਬਨਿਟ ਨੇ ਪਾਸ ਕਰਤਾ ਸੀ। ਸਾਰਾ ਪ੍ਰੋਸੈਸ ਆਲਮੋਸਟ ਕੰਪਲੀਟ ਕਰ ਲਏ ਗਏ ਤੇ ਫਾਈਨਲ ਸਟੇਜ ਤੇ ਹੈ। ਖੁਦ ਮੁੱਖ ਮੰਤਰੀ ਸਾਹਿਬ ਇਸ ਨੂੰ ਮੋਨੀਟਰ ਕਰ ਰਹੇ ਤੇ ਖੁਦ ਮੁੱਖ ਮੰਤਰੀ ਸਾਹਿਬ ਦਾ ਕਿਉਂਕਿ ਜਦੋਂ ਵੀ ਉਹ ਮੀਟਿੰਗ ਹੁੰਦੀ ਹੈ ਮੈਨੂੰ ਵੀ ਪੁੱਛਦੇ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਇਸ ਦਾ ਫੰਕਸ਼ਨ। ਤੁਹਾਡੇ ਲੋਕ ਇਸ ਪ੍ਰਾਈਵੇਟ ਸਕੂਲ ਤੇ ਵਿਜ਼ਿਟ ਕੀਤਾ ਗਿਆ ਹੋਵੇ, ਕੋਈ ਪਰੇਸ਼ਾਨੀ ਦੱਸੀ ਗਈ? ਮੈਂ ਤੁਹਾਨੂੰ ਦੱਸਦਾ ਜੀ, ਮੇਰਾ ਮਕਸਦ ਸਰਕਾਰੀ ਸਕੂਲ ਹੈ ਜੀ। ਮੇਰੇ ਮਕਸਦ ਸਰਕਾਰੀ ਸਕੂਲ ਹੈ, ਠੀਕ ਹੈ ਜੀ। ਪ੍ਰਾਈਵੇਟ ਸਕੂਲਾਂ 'ਚ ਤਾਂ ਅੱਗੇ ਵੀ ਐਮਐਲਏ ਮੰਤਰੀ ਐਨੂਅਲ ਫੰਕਸ਼ਨਾਂ ਤੋਂ ਉੱਥੇ ਹੀ ਜਾਂਦੇ ਸੀ, ਪਰ ਅਸਲੀ ਜ਼ਮੀਨੀ ਹਕੀਕਤ ਜਿਹੜੀ ਹੈ ਉਹ ਸਰਕਾਰੀ ਸਕੂਲਾਂ 'ਚ ਜਾ ਕੇ ਪਤਾ ਲੱਗਦੀ ਹੈ। ਜਦੋਂ ਮੈਂ ਪਿਛਲੇ ਸਾਲ ਸ਼ੁਰੂ ਕੀਤਾ ਜਾਣਾ ਤਾਂ ਮੈਨੂੰ ਪਤਾ ਲੱਗਿਆ ਕਿ ਕਿਤਾਬਾਂ ਕਦੀ ਟਾਈਮ ਤੇ ਆਉਂਦੀਆਂ ਹੀ ਨਹੀਂ ਸੀ। ਤਾਂ ਉਹਦਾ ਅਸਰ ਇਹ ਹੋਇਆ ਕਿ ਇਸ ਵਾਰੀ 31 ਮਾਰਚ ਤੱਕ, ਤੇ ਤੁਹਾਨੂੰ ਮੈਂ ਫਿਰ ਬੇਨਤੀ ਕਰਦਾ ਸਾਰੇ ਮੀਡੀਆ ਦੇ ਸਾਥੀਓ, ਕਿਸੇ ਸਰਕਾਰੀ ਸਕੂਲ ਜਾ ਕੇ ਪੁੱਛ ਲਿਓ ਕਿ ਕਿਤਾਬਾਂ ਪੁੱਜ ਗਈਆਂ ਕਿ ਨਹੀਂ ਪੁੱਜੀਆਂ। ਅਗਰ ਸਾਨੂੰ ਸਪੈਸ਼ਲ ਬੱਸਾਂ ਮਿਲ ਜਾਣ, ਜਿਵੇਂ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਬੱਸਾਂ ਦਿੰਦੀ ਹੈ, ਕਿਉਂਕਿ ਹੁਣ ਉਹ ਟਰੈਕਸਾਂ ਤੇ ਆਉਂਦੇ ਆ ਤੇ ਬੜਾ ਇਹ ਹੈ, ਜੇ ਅਗਰ ਅਸੀਂ ਇਹ ਪਾਲਿਸੀ ਦੇ ਉੱਤੇ ਸਾਡਾ ਟਰਾਂਸਪੋਰਟ ਮਹਿਕਮੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਅਗਰ ਸਾਨੂੰ 3-4 ਬੱਸਾਂ ਦੇ ਦੇਣ ਤਾਂ ਉਹ ਬਿਕੋਜ਼ ਉਹ ਪੈਸੇ ਤਾਂ ਹੁਣ ਵੀ ਖਰਚਦੇ ਨੇ, ਉਹ ਪੈਸੇ ਦੇ ਦੇਣਗੇ ਤੇ ਉਹ ਸੇਫਲੀ 3-4 ਬੱਸਾਂ ਦੇ ਉੱਤੇ ਇੱਥੇ ਆ ਸਕਦੇ ਨੇ। ਇਹਦੇ ਉੱਤੇ ਵੀ ਪਾਲਿਸੀ ਕੰਮ ਕਰੇ। ਦੂਜੀ ਅਸੀਂ ਇਹ ਵੀ ਹੈ ਕਿ ਉਹਨਾਂ ਦਾ ਅਕੋਮੋਡੇਸ਼ਨ, ਅਗਰ ਇੱਥੇ ਕੋਈ ਹੋਸਟਲ ਜਾਂ ਕੋਈ ਕਿਤੇ ਹੋਣ, ਅਗਰ ਅਕੋਮੋਡੇਸ਼ਨ ਹੋ ਜਾਵੇ, ਕਿਉਂਕਿ ਅੱਜ ਵੀ ਮੈਂ ਜੇ ਸਕੂਲ ਜਾ ਕੇ ਆਇਆ ਕਲਸ ਪਿੰਡ ਦੇ, ਉੱਥੇ ਮੁੰਡਾ ਜਿਹੜਾ ਸਾਡੇ ਟੀਚਰ ਹੈ 66-35 ਦਾ, ਅਮਨ ਹੈ, ਨਵੀਂ ਭਰਤੀ ਹੈ। ਜਦੋਂ ਪਿੰਡ ਵਾਲੇ ਗਏ ਉਹ ਕਹਿੰਦੇ ਜੀ 6 ਮਹੀਨੇ 'ਚ ਉਸ ਨੌਜਵਾਨ ਨੇ ਆ ਕੇ ਸਾਰੇ ਪਿੰਡ ਦੇ ਸਕੂਲ ਦਾ ਜਿਹੜਾ ਹੈ ਰੂਪ ਬਦਲਤਾ। ਤਾਂ ਇੱਕ ਚੰਗਾ ਟੀਚਰ, ਤਾਂ ਉਹਨੂੰ ਮੈਂ ਪੁੱਛਿਆ ਬਠਿੰਡੇ ਤੋਂ ਹੈ, ਮੈਨੂੰ ਇਹ ਕਿਹਾ ਕਿ 2 ਸਾਲ ਇਸ ਸਕੂਲ ਚਲਾਣੇ ਆ ਤੇ ਉਸ ਕੱਲ ਸਕੂਲ ਨੂੰ ਆਪਾਂ ਇੰਨਾ ਸ਼ਾਨਦਾਰ ਬਣਾਉਣਾ, ਤਾਂ ਬਠਿੰਡੇ ਤੋਂ ਆ ਕੇ ਉੱਥੇ ਆਪਣੀ ਸੇਵਾ ਨਿਭਾ ਰਿਹਾ। ਤੇ ਇਹ ਸਾਡੇ ਇਦਾਂ ਦੇ ਸਿੱਖਿਆ ਮਹਿਕਮੇ ਦੇ ਸਿਤਾਰੇ ਆ। ਉਹ ਕਹਿੰਦਾ ਜੀ ਮੈਂ ਖੇਮਕਰਨ ਰਹਿੰਦਾ, ਮੈਨੂੰ ਕੋਈ ਤਕਲੀਫ ਨਹੀਂ ਸਰ, ਮੈਂ 2 ਸਾਲ ਇੱਥੇ ਲਾਉਂਗਾ ਤੇ ਇਸ ਪਿੰਡ ਦੇ ਸਕੂਲ ਨੂੰ ਚਮਕਾਉਂਗਾ। ਵੇਖੋ, ਜਦੋਂ ਵੀ ਸਾਡੇ ਮੰਤਰੀ ਸਾਹਿਬ ਕਹਿਣਗੇ ਬੱਸਾਂ ਦਵਾਂਗੇ, ਇਹ ਜ਼ਰੂਰਤ ਵੀ ਆ, ਕਿਉਂਕਿ ਆਪਾਂ ਵੇਖਿਆ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਕਿ ਇੱਥੇ ਟੀਚਰ ਘੱਟ ਨੇ, ਤੇ ਦੂਜੀ ਜਿਹੜੀ ਹਾਸੇ ਵਾਲੀ ਗੱਲ ਕੀਤੀ, ਉਹ ਵੀ ਸੇਫਟੀ ਵੀ ਜ਼ਰੂਰੀ ਹੈ ਟੀਚਰਾਂ ਦੀ। ਬਾਕੀ ਮੈਂ ਸਿੱਖਿਆ ਮਹਿਕਮੇ ਦੇ ਟੀਚਰਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਜਦੋਂ ਉਹਨਾਂ ਨੇ ਨਵੀਂ ਭਰਤੀ ਹੋਣੀ ਹੈ, 3 ਸਾਲ ਇੱਕ ਸਟੇਸ਼ਨ ਤੇ ਕੰਮ ਕਰਨਾ, ਤੇ ਉਹਨਾਂ ਟੀਚਰਾਂ ਨੂੰ ਇੱਥੇ ਇਲਾਕੇ 'ਚ ਰਹਿ ਕੇ ਕੋਈ ਨਾ ਕੋਈ ਘਰ ਜਾਂ ਮਕਾਨ ਕਿਰਾਏ ਤੇ ਲੈ ਕੇ ਰਹਿਣਾ ਚਾਹੀਦਾ। ਰੋਜ਼ ਅਪ ਡਾਊਨ ਕਰਨਾ ਥੋੜਾ ਔਖਾ, ਦੂਰ ਦਾ ਸਫ਼ਰ ਜਿਹੜਾ ਬਹੁਤ ਔਖਾ। ਮੈਂ ਤੇ ਇਹੋ ਬੇਨਤੀ ਉਹਨਾਂ ਟੀਚਰ ਸਾਹਿਬਾਨਾਂ ਨੂੰ ਕਰੂੰਗਾ ਕਿ ਤੁਸੀਂ ਜਿਹੜੇ ਇਲਾਕੇ 'ਚ ਪੜਾਉਂਦੇ ਜੇ ਉੱਥੇ ਕੋਈ ਮਕਾਨ ਕਿਰਾਏ ਦਾ ਲੈ ਕੇ ਉੱਥੇ ਰਹਿ ਕੇ ਸੇਵਾ ਕਰੋ।